ਕਿਵੇਂ ਬੇਟੀਆਂ ਨੂੰ ਹੀ ਭੁੰਨ ਕੇ ਖਾ ਲਿਆ ਜਾਂਦਾ ਸੀ ਜਦੋਂ ਕਿਤੇ ਅਕਾਲ ਪਿਆ ਹੁੰਦਾ ਸੀ। ਵਾਰ ਜੇ ਰੇਪ ਹੋਇਆ ਤਾਂ ਇਹਦਾ ਮਤਲਬ ਹੈ ਪਰਮਾਨੈਂਟਲੀ ਇਹਨੂੰ ਅਸੀਂ ਕਰ ਸਕਦੇ ਹਾਂ, ਸਾਡੀ ਜੱਦੀ ਜਾਇਦਾਦ ਹੈ। ਚੰਡੀਗੜ੍ਹ ਦੇ ਵਿੱਚ ਅੱਜ ਸੁਨਹਿਰਾ ਸਾਂਝਾ ਪੰਜਾਬ ਦੀ ਜਿਹੜੀ ਹੈਗੀ ਗਠਨ ਹੋਇਆ ਤੇ ਜਿਸ ਦੇ ਵਿੱਚ ਕਾਫੀ ਫੇਮਸ ਜਿਹੜੀਆਂ ਪਰਸਨੈਲਿਟੀਜ਼ ਜੁੜੀਆਂ ਨੇ ਇਸ ਮੰਚ ਦੇ ਨਾਲ ਆ ਕੇ। ਮੋਟਿਵ ਇਹੀ ਆ ਕਿ ਸਮਾਜ ਦੇ ਜਿਹੜੇ ਉਹ ਨੁਕਤੇ ਨੇ ਉਠਾਏ ਜਾਣ ਜਿਨ੍ਹਾਂ ਦੇ ਚੱਲਦੇ ਹੋਏ ਸਮਾਜ ਦੇ ਲੋਕ ਪੀੜਿਤ ਨੇ, ਤੇ ਪੀੜਿਤ ਮਹਿਲਾਵਾਂ ਦੀ ਗੱਲ ਕਰਨ ਲਈ ਤੇ ਪੀੜਿਤ ਬੱਚਿਆਂ ਦੀ ਗੱਲ ਕਰਨ ਲਈ ਇਸ ਮੰਚ ਦੇ ਨਾਲ ਜੁੜੇ ਨੇ ਡਾਕਟਰ ਹਰਸ਼ਿੰਦਰ ਕੌਰ, ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੁਝ ਲਿਖਿਆ ਬੱਚਿਆਂ ਦੇ ਜੌਨ ਸ਼ੋਸ਼ਣ ਤੇ ਮਹਿਲਾਵਾਂ ਦੇ ਲਈ, ਤੇ ਅੱਜ ਸਾਡੇ ਨਾਲ ਹਾਜ਼ਰ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਸੀਂ ਇਸ ਮੰਚ ਨਾਲ ਜੁੜਨ ਦਾ ਉਹਨਾਂ ਦਾ ਉਦੇਸ਼ ਕੀ ਹੈ ਇਸ ਬਾਰੇ ਵੀ ਗੱਲ ਕਰਾਂਗੇ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਕਿਉਂਕਿ ਮਹਿਲਾਵਾਂ ਦੇ ਮੁੱਦੇ ਨੂੰ ਮੈਡਮ ਤੁਸੀਂ ਬਾਖੂਬੀ ਉਭਾਰਦੇ ਰਹਿੰਦੇ ਹੋ, ਬਹੁਤ ਸੋਹਣਾ ਲਿਖਿਆ। ਤੁਸੀਂ ਵਾਰ-ਵਾਰ ਗੱਲ ਕਰਦੇ ਹੋ ਕਿ ਘਰਾਂ ਦੇ ਵਿੱਚ ਹੀ ਬੱਚਿਆਂ ਦੇ ਨਾਲ ਜਿਹੜਾ ਹੈਗਾ ਜੌਨ ਸ਼ੋਸ਼ਣ ਹੁੰਦਾ ਹੈਗਾ। ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਲਿਖਦੇ ਹੋ ਤੇ ਇੱਕ ਸਾਹਮਣੇ ਜਿਹੜਾ ਮਿਰਰ ਹੈ ਉਹ ਕੀ ਲੈ ਕੇ ਚੱਲਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬੱਚਿਆਂ ਦੇ ਨਾਲ ਸਾਰੀਆਂ ਜਿਹੜੀਆਂ ਵਾਰਦਾਤਾਂ ਵਾਪਰ ਰਹੀਆਂ ਨੇ? ਦੇਖੋ, ਮੈਂ ਡਾਕਟਰ ਹਾਂ, ਸਾਡਾ ਕੰਮ ਹੁੰਦਾ ਜੇ ਕਿ ਪਹਿਲਾਂ ਅਸੀਂ ਬਿਮਾਰੀ ਲੱਭਣ ਤੋਂ ਪਹਿਲਾਂ ਲੱਛਣ ਪਛਾਣੀਏ, ਫਿਰ ਬਿਮਾਰੀ ਲੱਭੀਏ ਤੇ ਫਿਰ ਉਹਦਾ ਇਲਾਜ ਕਰੀਏ, ਉਹਨੂੰ ਉੱਥੇ ਹੀ ਨਾ ਛੱਡ ਦਈਏ। ਸੋ ਮੈਨੂੰ ਲੱਗਿਆ ਕਿ ਜਿੰਨੇ ਵੀ ਵੱਡੀ ਪੱਧਰ ਤੇ ਚੀਜ਼ਾਂ ਸ਼ੁਰੂ ਹੋ ਰਹੀਆਂ ਨੇ ਉਹ ਅੱਜ ਦੀਆਂ ਨਹੀਂ। ਜੇ ਗੁਰੂ ਨਾਨਕ ਸਾਹਿਬ ਵੇਲੇ ਵੀ ਤੈਂ ਕੀ ਦਰਦ ਨਾ ਆਇਆ ਵਰਗੀ ਗੱਲ ਉੱਠੀ ਸੀ, ਉਦੋਂ ਵੀ ਬਲਾਤਕਾਰ ਹੋ ਰਹੇ ਸਨ, ਉਦੋਂ ਵੀ ਬੇਪਤੀ ਔਰਤਾਂ ਦੀ ਹੋ ਰਹੀ ਸੀ। ਤਾਂ ਮਤਲਬ ਹੈ ਉਸ ਤੋਂ ਕਈ ਚਿਰ ਪਹਿਲਾਂ ਤੋਂ ਇਹ ਜਾਰੀ ਸੀ, ਜੋ ਕਿ ਹੁਣ ਤਾਂ ਪੱਥਰ ਯੁੱਗ ਸਮੇਂ ਤੋਂ ਹੀ ਸਾਨੂੰ ਲੱਭ ਚੁੱਕਿਆ ਕਿ ਕਿਵੇਂ ਬੇਟੀਆਂ ਨੂੰ ਹੀ ਭੁੰਨ ਕੇ ਖਾ ਲਿਆ ਜਾਂਦਾ ਸੀ ਜਦੋਂ ਕਿਤੇ ਅਕਾਲ ਪਿਆ ਹੁੰਦਾ ਸੀ। ਸੋ ਉਦੋਂ ਤੋਂ ਹੁਣ ਤੱਕ ਜੇ ਕੋਈ ਤਬਦੀਲੀ ਸਾਨੂੰ ਦਿਸੀ ਨਹੀਂ, ਜਿੱਥੇ ਯੂਨਾਈਟਿਡ ਨੇਸ਼ਨਸ ਵਰਗਾ ਬੀਜਿੰਗ ਡੈਕਲੇਰੇਸ਼ਨ ਵਿੱਚ ਕਹਿੰਦਾ ਹੈ ਕਿ ਕੋਈ ਵੀ ਔਰਤ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੁਰੱਖਿਅਤ ਨਹੀਂ, ਦਾ ਮਤਲਬ ਹੈ ਕਿ ਔਰਤ ਨੂੰ ਆਪ ਖੜੇ ਹੋਣਾ ਪੈਣਾ। ਕੋਈ ਛੋਟੀ ਗਿਣਤੀ ਵਿੱਚ ਔਰਤ ਨਹੀਂ ਹੈ, 50% ਜੇ ਗਿਣਤੀ ਵਿੱਚ ਔਰਤ ਹੈ ਤਾਂ ਅਸੀਂ ਪਹਿਲਾਂ ਸਟਰੋਂਗ ਉਸੇ ਔਰਤ ਨੂੰ ਹੀ ਕਰੀਏ ਵੀ ਆਪਣੇ ਹੱਕ ਪਛਾਣ, ਤੇਰੇ ਹੱਕ ਕੀ ਨੇ, ਤੂੰ ਇੱਕ ਜਿਸਮ ਨਹੀਂ ਹੈ, ਤੂੰ ਵੀ ਜਿਉਂਦੀ ਜਾਗਦੀ ਇਨਸਾਨ ਹੈ ਤੇ ਤੈਨੂੰ ਇਨਸਾਨ ਕਹਾਉਣ ਦਾ ਹੱਕ ਹੈ। ਤੂੰ ਅਧੀਨਗੀ ਦੇ ਵਿੱਚ ਨਹੀਂ ਜੀਣਾ, ਤੂੰ ਮੋਢੇ ਨਾਲ ਮੋਢਾ ਜੋੜ ਕੇ ਜੀਣਾ, ਤੇ ਫਿਰ ਤੇਰੇ ਸਰੀਰ ਉੱਤੇ ਤੇਰਾ ਆਪਣਾ ਹੱਕ ਹੈ, ਤੇਰੀ ਮਰਜ਼ੀ, ਉਸ ਤੋਂ ਬਗੈਰ ਕੋਈ ਤੈਨੂੰ ਹੱਥ ਨਹੀਂ ਲਾ ਸਕਦਾ। ਜੇ ਇੰਨੀ ਕੁ ਸੋਚ ਅਸੀਂ ਆਪਣੀਆਂ ਬੇਟੀਆਂ ਵਿੱਚ, ਆਪਣੀਆਂ ਮਾਵਾਂ ਵਿੱਚ, ਆਪਣੀਆਂ ਭੈਣਾਂ ਵਿੱਚ ਖੜੀਆਂ ਕਰ ਗਏ ਤਾਂ ਯਕੀਨਨ ਇੱਕ ਬੜੀ ਵੱਡੀ ਤਬਦੀਲੀ ਵੱਲ ਤੁਰਾਂਗੇ। ਕਿਉਂਕਿ ਜਿਨ੍ਹਾਂ ਵੀ ਥਾਵਾਂ ਤੇ ਦੇਖੋ ਤੁਸੀਂ ਬਤੌਰ ਇੱਕ ਔਰਤ ਹੁੰਦਿਆਂ ਇਸ ਥਾਂ ਤੱਕ ਪਹੁੰਚੋ ਜਿੱਥੇ ਪਹਿਲਾਂ ਹਮੇਸ਼ਾ ਇਹਨੂੰ ਮਰਦ ਪ੍ਰਧਾਨ ਸਮਾਜ ਦੇ ਅਧੀਨ ਸੀ, ਪਰ ਇੱਕ ਔਰਤ ਹੋ ਕੇ ਇਸ ਅਹੁਦੇ ਤੱਕ ਪਹੁੰਚਣਾ ਤੇ ਫਿਰ ਉਸੇ ਸਮਾਜ ਦੇ ਵਿੱਚ ਆਪਣੀ ਹੋਂਦ ਬਰਕਰਾਰ ਰੱਖਣਾ ਦਾ ਮਤਲਬ ਹੈ ਕਿ ਔਰਤ ਨੇ ਵੱਖੋ ਵੱਖਰੀਆਂ ਥਾਵਾਂ ਤੇ ਖੜੇ ਹੋ ਕੇ ਤਾਨੇ ਮਿਹਣੇ ਵੀ ਸਹੇ ਨੇ, ਬਹੁਤ ਕੁਝ ਸਹਿਣ ਦੇ ਬਾਵਜੂਦ ਟਿਕੀ ਰਹੀ ਹੈ। ਉਹਨੇ ਦਿਖਾਇਆ ਇੱਕ ਐਗਜ਼ਾਮਪਲ ਸੈੱਟ ਕਰਕੇ ਕਿ ਹੋ ਸਕਦਾ। ਇਹਦਾ ਮਤਲਬ ਹੈ ਉਹਨਾਂ ਦੀ ਆਵਾਜ਼ ਬਣਨ ਦੀ ਲੋੜ ਹੈ ਜਿਨ੍ਹਾਂ ਤੱਕ ਇਹ ਸੋਚ ਨਹੀਂ ਪਹੁੰਚ ਰਹੀ। ਉਹਨਾਂ ਘਰਾਂ ਵਿੱਚ ਜਾਣ ਦਾ ਢੰਗ ਇਹੋ ਸੀ, ਜਾਂ ਮੀਡੀਆ ਰਾਹੀਂ ਜਾਓ, ਅਖਬਾਰਾਂ ਰਾਹੀਂ ਜਾਓ, ਟੈਲੀਵਿਜ਼ਨ ਰਾਹੀਂ ਜਾਓ, ਰੇਡੀਓ ਰਾਹੀਂ ਜਾਓ, ਤਾਂ ਕਿ ਉਹਨਾਂ ਬੇਟੀਆਂ ਨੂੰ ਵੀ ਉੱਥੇ ਜਾਗਰਤੀ ਪਹੁੰਚੇ। ਪਰ ਗੱਲ ਇਹ ਹੈ ਕਿ 5 ਮਹੀਨੇ ਦੀ ਬੱਚੀ ਜਾਂ 9 ਮਹੀਨੇ ਦੀ ਬੱਚੀ ਨੂੰ ਕਿਵੇਂ ਜਗਾਈਏ? ਉਹਦੀ ਮਾਂ ਨੂੰ ਖੜੇ ਕਰਨ ਦੀ ਲੋੜ ਹੈ, ਜਿਸ ਨੂੰ ਉਹਦੀ ਮਾਂ ਨੇ ਦੱਸਿਆ ਕਿ ਤੂੰ ਭਾਈ ਜ਼ਿੰਦਗੀ ਅਧੀਨਗੀ 'ਚ ਬਿਤਾਉਣੀ ਹੈ, ਪਹਿਲਾਂ ਪਿਤਾ ਦੇ ਹੇਠ, ਫਿਰ ਭਰਾ ਹੇਠ, ਫਿਰ ਪਤੀ ਹੇਠ, ਫਿਰ ਪੁੱਤਰ ਹੇਠ। ਸੋ ਉਹ ਜਿਹੜੀ ਸੋਚ ਸਦੀਆਂ ਤੋਂ ਉਹਦੇ ਮਨ ਵਿੱਚ ਵੜੀ ਹੋਈ ਹੈ, ਉਹਨੂੰ ਤੋੜਨ ਦੀ ਲੋੜ ਹੈ। ਉਹ ਸੰਗਲਾਂ ਨੂੰ ਜਿਸ ਦਿਨ ਤੋੜ ਦਿੱਤਾ ਔਰਤ ਆਜ਼ਾਦ ਹੋ ਜਾਏਗੀ। ਜਦੋਂ ਤੱਕ ਆਪਾਂ ਦੇਖਦੇ ਹਾਂ ਵਿਸ਼ਵ ਪੱਧਰੀ ਮੁਲਕਾਂ 'ਚ, ਭਾਵੇਂ ਵਿਕਸਿਤ ਮੁਲਕਾਂ 'ਚ ਅੱਜ ਔਰਤ 'ਤੇ ਜ਼ੁਲਮ ਘੱਟ ਨਹੀਂ ਹਨ, ਪਰ ਉਹ ਸੜਕਾਂ 'ਤੇ ਨਿੱਤਰਦੀਆਂ ਨੇ। ਉਹ ਸੋਚ ਸਾਡੇ ਮੁਲਕ ਵਿੱਚ ਵੀ ਮੀ ਟੂ ਦੇ ਜ਼ਰੀਏ ਸ਼ੁਰੂ ਹੋਈ ਹੈ। ਸੋ ਜੇ ਅਸੀਂ ਉਹਨਾਂ ਦੀ ਵੀ ਆਵਾਜ਼ ਬਣ ਸਕੀਏ, ਜਿਹੜੀਆਂ ਬੇਟੀਆਂ ਅੱਜ ਕਿਸਾਨਾਂ ਦੀਆਂ ਜਿਹੜੇ ਖੁਦਕੁਸ਼ੀ ਕਰ ਗਏ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੀਆਂ ਬੇਟੀਆਂ ਕਿਵੇਂ ਮਜਬੂਰ ਹੋਈਆਂ ਪਈਆਂ ਨੇ ਇਸ ਸ਼ੋਸ਼ਣ ਦੇ ਵਿੱਚ, ਇਸ ਸਮਾਜ ਦੇ ਵਿੱਚ, ਉਹਨਾਂ ਨੂੰ ਜੇ ਅਸੀਂ ਕਿਤੇ ਸੰਭਾਲ ਸਕੇ, ਅਗਾਂਹ ਲਿਆ ਸਕੇ ਤਾਂ ਇੱਕ ਬੜੀ ਵੱਡੀ ਤਬਦੀਲੀ ਵੱਲ ਲੈ ਜਾਵਾਂਗੇ। ਯਕੀਨਨ ਉਮੀਦ ਉੱਤੇ ਦੁਨੀਆ ਟਿਕੀ ਹੈ, ਅਤੇ ਮੈਨੂੰ ਤੁਹਾਡੀਆਂ ਵਰਗੀਆਂ ਬੇਟੀਆਂ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਤਰ੍ਹਾਂ ਸਮਾਜ
ਵਿੱਚ ਨਿਤਰੋਗੀਆਂ, ਤੁਸੀਂ ਇੱਕ ਆਪ ਐਗਜ਼ਾਮਪਲ ਬਣੋਗੇ। ਮੈਮ ਮੇਰਾ ਇੱਕ ਸਵਾਲ ਸੀ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਦੀ ਜਿਹੜੀ ਮਾਨਸਿਕਤਾ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ, ਜਦੋਂ 5 ਸਾਲ ਦੀ ਬੱਚੀ ਨਾਲ 7 ਸਾਲ ਦੀ ਬੱਚੀ ਦੇ ਨਾਲ ਉਸਦੇ ਆਪਣੇ ਹੀ ਘਰ ਦੇ ਵਿੱਚ ਸਮਟਾਈਮ ਅਸੀਂ ਬੜੀਆਂ ਅਖਬਾਰਾਂ ਪੜ੍ਹਦੇ ਹਾਂ ਤੇ ਕਹਿੰਦੇ ਨੇ ਪਿਤਾ ਦੇ ਵੱਲੋਂ ਹੀ ਜਿਹੜਾ ਬਲਾਤਕਾਰ ਹੁੰਦਾ। ਜਦੋਂ ਐਸੀ ਮਾਨਸਿਕਤਾ ਦੇ ਵੱਲ ਜਿਹੜਾ ਸਮਾਜ ਵੱਧਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਾਨੂੰਨ ਬਣੇ ਹੋਏ ਨੇ ਇਹ ਕਾਫੀ ਨੇ ਕਿ ਉਹਨਾਂ ਨੂੰ ਜੋ ਦੋਸ਼ੀ ਆ ਉਹਨੂੰ ਉਹਦੀ ਜੋ ਸਜ਼ਾ ਮਿਲਣੀ ਚਾਹੀਦੀ ਸੀ, ਲੱਗਦਾ ਹੈ ਕਿ ਉਹ ਕਾਫੀ ਹੈ? ਬਿਲਕੁਲ ਵੀ ਨਹੀਂ, ਕਿਉਂਕਿ ਜਿਸ ਤਰੀਕੇ ਇਸ ਵੇਲੇ ਸਗੋਂ ਅਸੀਂ ਨੁਕਤੇ ਕਾਨੂੰਨੀ ਛੱਡ ਦਿੱਤੇ ਨੇ ਜਿਨ੍ਹਾਂ ਵਿੱਚ ਇਹੋ ਜਿਹੇ ਪਿਓ ਵੀ ਫਿਰ ਅਲਟੀਮੇਟਲੀ ਪ੍ਰੈਸ਼ਰ ਪੈ ਜਾਂਦਾ ਸਮਾਜ ਵੱਲੋਂ ਹੀ ਕਿ ਮਾਂ ਦੇ ਉੱਤੇ ਕਿ ਤੁਸੀਂ ਇਹ ਵਾਪਸ ਲੈ ਲਓ, ਇਹ ਘਰ ਵਸਾਓ, ਯਾਨੀ ਉਹ ਜਬਰੀ ਅਸੀਂ ਔਰਤ ਉੱਤੇ ਹੀ ਸਾਰਾ ਕੁਝ ਕੰਪਰੋਮਾਈਜ਼ ਕਰਨ ਲਈ ਮਜਬੂਰ ਕਰ ਦਿੰਦੇ ਹਾਂ ਕਿ ਔਰਤ ਦੀ ਜ਼ਿੰਦਗੀ ਹੈ ਹੀ ਕੰਪਰੋਮਾਈਜ਼ ਲਈ। ਮੈਂ ਇਸ ਦੇ ਥੋੜ੍ਹਾ ਜਿਹਾ ਉਲਟ ਚੱਲੀ ਹਾਂ। ਉਲਟ ਚੱਲਣ ਵਾਲਿਆਂ ਨੂੰ ਹਮੇਸ਼ਾ ਖਿੱਚਿਆ ਹੀ ਜਾਂਦਾ ਲੱਤਾਂ, ਪਰ ਕਦੇ ਨਾ ਕਦੇ ਕਿਸੇ ਨੇ ਤਾਂ ਨਵਾਂ ਰਾਹ ਖੋਲ੍ਹਣਾ ਕਿ ਔਰਤ ਨੂੰ ਕਦੇ ਤਾਂ ਆਪਣੀ ਇੰਡੀਪੈਂਡੈਂਸ ਸਮਝਣੀ ਚਾਹੀਦੀ ਹੈ ਕਿ ਮੈਂ ਆਜ਼ਾਦ ਹਾਂ ਤੇ ਮੈਂ ਆਪਣੀ ਮਰਜ਼ੀ ਨਾਲ ਕੁਝ ਕਰ ਸਕਦੀ ਹਾਂ, ਪਰ ਇਹੋ ਜਿਹੇ ਤਸ਼ੱਦਦ ਤਾਂ ਕਿਸੇ ਵੀ ਹਾਲ ਵਿੱਚ ਨਹੀਂ ਸਹਿਣਾ। ਸੋ ਆ ਕੰਪਲੀਟ ਨੋ ਇਜ਼ ਦੀ ਆਨਸਰ ਕਿ ਜਿੱਥੇ ਔਰਤਾਂ ਨਿਤਰਨਗੀਆਂ, ਜੇ ਉਹ ਕਾਨੂੰਨ ਦੇਖੋ ਨਾ, ਸਾਡੇ ਤੋਂ ਕਿਤੇ ਬਾਅਦ ਸੀ ਬ੍ਰਿਟੇਨ ਵਿੱਚ ਉਹਨਾਂ ਨੂੰ ਹੱਕ ਮਿਲੇ ਸੀ ਵੋਟ ਪਾਉਣ ਦਾ। ਸੋ ਸਾਡੀ ਇੱਥੇ ਜੇ ਹਿੰਦੁਸਤਾਨ ਦੀ ਗੱਲ ਕਰੀਏ, ਅਸੀਂ ਉਹਨਾਂ ਤੋਂ ਪਹਿਲਾਂ ਸਾਡੀਆਂ ਔਰਤਾਂ ਗਾਂਹ ਲੰਘ ਚੁੱਕੀਆਂ ਸੀ। ਬਲਕਿ ਇੱਥੇ ਤਾਂ ਮੈਂ ਦੋਗਲਾਪਨੀ ਕਹਾਂਗੀ ਕਿ ਅਸੀਂ ਧਾਰਮਿਕ ਥਾਵਾਂ ਤੇ ਔਰਤ ਨੂੰ ਪੂਜਦੇ ਹਾਂ, ਪਰ ਬਾਹਰ ਡੋਮੈਸਟਿਕ ਵਾਇਲੈਂਸ ਦੀ ਗੱਲ ਕਰੀਏ ਤਾਂ 68% ਪਾਸੇ ਕੰਜਕਾਂ ਪੂਜੀਆਂ ਜਾ ਰਹੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਧੀਆਂ ਜਿਹੜੀਆਂ ਹੈਗੀਆਂ ਇਸ ਤਰੀਕੇ ਬਲਾਤਕਾਰ ਦਾ ਪੀੜਤ ਹੁੰਦੀਆਂ ਨੇ। ਤੇ ਦੂਸਰਾ ਮੇਰਾ ਮੈਮ ਸਵਾਲ ਸੀ ਕਿ ਕਿਉਂਕਿ ਤੁਸੀਂ ਕਿੱਤੇ ਦੇ ਵਜੋਂ ਜਿਹੜੇ ਡਾਕਟਰ ਵੀ ਹੋ, ਤੇ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗੀ ਜਦੋਂ ਕਿਸੇ ਇੱਕ ਬੱਚੀ ਦੇ ਨਾਲ, ਚਾਹੇ ਉਹ 5 ਸਾਲ ਦੀ ਹੈ, 7 ਸਾਲ ਦੀ ਹੈ, 10 ਸਾਲ ਦੀ ਹੈ, 12 ਸਾਲ ਦੀ ਹੈ, ਉਹਦੇ ਨਾਲ ਇਸ ਤਰੀਕੇ ਦੇ ਜਿਹੜੇ ਵਾਰਦਾਤ ਹੋ ਜਾਂਦੀ ਹੈ, ਐਸੀ ਘਟਨਾ ਹੋ ਜਾਂਦੀ ਹੈ ਤੇ ਉਹਨੂੰ ਉੱਭਰਨ ਦੇ ਵਿੱਚ ਲੱਗਦਾ ਹੈ ਕਿ ਉਹ ਪੂਰੀ ਉਮਰ ਉਸ ਚੀਜ਼ ਦੇ ਵਿੱਚੋਂ ਬਾਹਰ ਆ ਪਾਉਂਦੀ ਹੈ, ਉਸ ਪੀੜਾ ਦੇ ਵਿੱਚੋਂ ਜਿਵੇਂ ਇੱਕ ਨਾਰਮਲ ਅਸੀਂ ਜ਼ਿੰਦਗੀ ਜਿੰਨੇ ਉਹ ਜੀ ਪਾਉਂਦੀ ਹੈ? ਨਹੀਂ, ਕਦੇ ਵੀ ਨਹੀਂ। ਉਹ ਟੋਟਲ ਲਾਈਫ ਲੌਂਗ ਸਕਾਰਿੰਗ ਹੁੰਦੀ ਹੈ। ਸੋ ਇਹਨਾਂ ਬੇਟੀਆਂ ਲਈ ਸਪੋਰਟ ਗਰੁੱਪਸ ਜੋ ਕਿ ਵਿਕਸਿਤ ਮੁਲਕਾਂ 'ਚ ਹਨ, ਸਾਡੇ ਮੁਲਕ ਵਿੱਚ ਨਹੀਂ ਹਨ। ਸੋ ਉਹ ਹੁੰਦੇ ਨੇ ਸਪੋਰਟ ਗਰੁੱਪਸ ਜਿਸ 'ਚ NGOs ਹੋਣੀਆਂ ਚਾਹੀਦੀਆਂ ਨੇ, ਸਾਈਕੈਟਰਿਸਟ ਹੋਣੇ ਚਾਹੀਦੇ ਨੇ, ਡਾਕਟਰਸ ਹੋਣੇ ਚਾਹੀਦੇ ਨੇ, ਐਡਵੋਕੇਟਸ ਹੋਣੇ ਚਾਹੀਦੇ ਨੇ, ਫਾਈਨੈਂਸ਼ੀਅਲ ਸਪੋਰਟਰਸ ਹੋਣੇ ਚਾਹੀਦੇ ਨੇ। ਫਿਰ ਉਹਨਾਂ ਨੂੰ ਕਿਸ ਤਰੀਕੇ ਵਾਪਸ ਲੀਹਾਂ ਤੇ ਜ਼ਿੰਦਗੀ ਲਿਆਉਣੀ ਹੈ, ਉਹਨਾਂ ਨੂੰ ਉਹ ਮਤਲਬ ਕਿੱਤਾ ਮੁਹੱਈਆ ਕਰਵਾਉਣ ਵਾਲੇ ਉਹ ਸਿਸਟਮ ਪੂਰੇ ਦਾ ਪੂਰਾ ਹੋਣਾ ਚਾਹੀਦਾ, ਜੋ ਕਿ ਸਾਡੇ ਇਸ ਮੁਲਕ ਵਿੱਚ ਹੈ ਹੀ ਨਹੀਂ। ਅਸੀਂ ਸਿਰਫ ਉਹਨੂੰ ਨਫ਼ਰਤ ਦਾ ਸ਼ਿਕਾਰ ਬਣਾਉਂਦੇ ਹਾਂ, ਸੌਖਾ ਸ਼ਿਕਾਰ ਮੰਨਦੇ ਹਾਂ ਕਿ ਇਹ ਇੱਕ ਵਾਰ ਜੇ ਰੇਪ ਹੋਇਆ ਤਾਂ ਇਹਦਾ ਮਤਲਬ ਹੈ ਪਰਮਾਨੈਂਟਲੀ ਇਹਨੂੰ ਅਸੀਂ ਕਰ ਸਕਦੇ ਹਾਂ, ਸਾਡੀ ਜੱਦੀ ਜਾਇਦਾਦ ਹੈ, ਤੇ ਉਹਨੂੰ ਮਜਬੂਰ ਕਰ ਦਿੰਦੇ ਹਾਂ ਕਿ ਤੂੰ ਸੁਸਾਈਡ ਕਰ ਜਾਂ ਖਤਮ ਹੋ ਜਾ। ਸੋ ਉਹ ਸਪੋਰਟ ਸਿਸਟਮ ਇਸ ਵੇਲੇ ਸਾਡੀ ਕੰਟਰੀ ਦੀ ਲੋੜ ਹੈ, ਜਿੱਥੇ ਇਹੋ ਜਿਹੀਆਂ ਬੇਟੀਆਂ ਨੂੰ, ਜੇ ਦੇਖੋ ਮੁੰਬਈ ਦੇ ਵਿੱਚ ਐਸਿਡ ਅਟੈਕ ਵਿਕਟਿਮਸ ਦੀ ਰੈਂਪ ਵਾਕ ਹੋ ਸਕਦਾ ਸੀ, ਤਾਂ ਇਹ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਨਹੀਂ ਹੋ ਸਕਦੀ। ਸਿਰਫ ਇੱਕ ਸਿਸਟਮ ਖੜਾ ਕਰਨ ਦੀ ਲੋੜ ਹੈ ਜਿੱਥੇ ਅਸੀਂ 10 ਬੰਦੇ ਇੱਕੋ ਜਿਹੀ ਸੋਚ ਵਾਲੇ ਜੁੜੇ ਹੋਣ ਤੇ ਉਹ ਤਿਆਰ ਕਰਨ ਕਿ ਇਹੋ ਜਿਹੇ ਮੰਚ ਦੀ ਲੋੜ ਹੈ ਜਿੱਥੇ ਇਹਨਾਂ ਬੇਟੀਆਂ ਦੀ ਇੱਕ ਸਪੋਰਟ ਬਣੇ। ਮੈਮ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਸ਼ਬਦ ਬੜਾ ਛੋਟਾ ਜਿਹਾ ਸ਼ਬਦ ਹੈ ਬਲਾਤਕਾਰ, ਪਰ ਜਿਹਦੇ ਨਾਲ ਹੁੰਦਾ ਹੈ ਉਸ ਨੂੰ ਪਤਾ ਹੁੰਦਾ। ਤੁਸੀਂ ਚੜ੍ਹਦੀ ਕਲਾ ਟਾਈਮ TV ਚੈਨਲ ਦੇ ਮਾਧਿਅਮ ਦੇ ਰਾਹੀਂ ਦਰਸ਼ਕਾਂ ਨੂੰ ਦੱਸੋ ਕਿ ਅਸਲ ਦੇ ਵਿੱਚ ਬਲਾਤਕਾਰ ਕੀ ਹੈ, ਇਹਦੀ ਡੈਫੀਨੇਸ਼ਨ ਤੁਸੀਂ ਕੀ ਲੈ ਕੇ ਚੱਲਦੇ ਹੋ? ਜੀ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਤੁਸੀਂ ਆਪਣੀ ਜਿਸ ਕੁੱਖ ਤੋਂ ਪੈਦਾ ਹੋਏ ਸੀ ਉਸੇ ਕੁੱਖ ਨੂੰ ਸ਼ਰਮਸਾਰ ਕਰ ਰਹੇ ਹੋ। ਮੈਂ ਇਹ ਵੀ ਇੱਥੋਂ ਤੱਕ ਵੀ ਕਹਿਣ 'ਚ ਕੋਈ ਗੁਰੇਜ਼ ਨਹੀਂ ਮੰਨਦੀ ਕਿ ਪਹਿਲਾਂ ਹੋਣਗੇ ਉਸ ਸਮੇਂ ਜਦੋਂ ਗੁਰੂ ਸਾਹਿਬ ਨੇ ਕਿਹਾ ਸੀ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀਆਂ ਨੇ, ਪਰ ਜੇ ਇਹੋ ਜਿਹੇ ਕੁਲਹਿਣੇ ਜੰਮਦੇ ਨੇ ਤਾਂ ਮੈਂ ਕੋਈ ਇਸ ਕਹਿਣ 'ਚ ਦੋ ਰਾਏ ਨਹੀਂ ਕਿ ਉਹ ਸਮਾਂ ਹੋਏਗਾ ਰਾਜੇ ਮਹਾਰਾਜੇ ਜੰਮਣ ਦਾ। ਪਰ ਅੱਜ ਤਾਂ ਇਹ ਹੀਜੜੇ ਜੰਮ ਰਹੀਆਂ ਨੇ, ਅੱਜ ਇਹ ਜੰਮ ਰਹੀਆਂ ਨੇ, ਬਗਿਆੜ ਜੰਮ ਰਹੀਆਂ ਨੇ ਜਿਹੜੇ ਕਿ ਉਸੇ ਦੀ ਕੁੱਖ ਨੂੰ ਚੱਬਣ ਵੱਲ ਤੁਰੇ ਨੇ। ਇਹੋ ਜਿਹੇ ਬਗਿਆੜਾਂ ਨੂੰ ਜੰਮਣ ਨਾਲੋਂ ਉਸ ਔਰਤ ਦਾ ਪਹਿਲਾਂ ਹੀ ਮਰ ਜਾਣਾ ਬਿਹਤਰ ਹੈ ਤਾਂ ਕਿ ਇਹੋ ਜਿਹੇ ਬਗਿਆੜ ਜੰਮਣ ਨਾ। ਤੇ ਜੇ ਇਹੋ ਜਿਹੇ ਹੀ ਜੰਮਣੇ ਨੇ ਤਾਂ ਫਿਰ ਇਸ ਧਰਤੀ ਨੂੰ ਔਰਤ ਦੀ ਲੋੜ ਹੀ ਨਹੀਂ, ਤਾਂ ਕਿ ਇਹ ਕਿਉਂਕਿ ਔਰਤ ਦੀ ਕੁੱਖ ਨੇ ਹੀ ਅੱਗੋਂ ਤੋਰਨੀ ਹੈ ਮਨੁੱਖੀ ਇਹ ਜਨਮ ਜਿਹੜਾ ਮਿਲਿਆ। ਤਾਂ ਇਹ ਜਾਤੀ ਨਹੀਂ ਰਹਿਣੀ ਜੇ ਔਰਤ ਨਹੀਂ ਰਹਿਣੀ। ਤੇ ਜਿਸ ਦਾ ਦੁੱਧ ਪੀ ਕੇ ਜਵਾਨ ਹੋਇਓ, ਜਿੱਥੇ ਸੁਪਨੇ ਜਿਸ ਦੀ ਗੋਦ ਵਿੱਚ ਤੁਹਾਡੇ ਪੂਰੇ ਹੋਏ ਨੇ, ਉਸੇ ਕੁੱਖ ਨੂੰ ਕਲੰਕਿਤ ਕਰਨ ਵਾਲਿਆਂ ਨੂੰ ਜੀਣ ਦਾ ਹੱਕ ਕੀ ਹੈ? ਮੈਮ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਕਿ ਜਿਹੜੀ ਕੁੱਖ
ਕੁੱਖ ਹੈ ਉਹ ਸੁਲੱਖਣੀ ਹੋਣੀ ਚਾਹੀਦੀ ਹੈ, ਕਿਉਂਕਿ ਸੁਲੱਖਣੀ ਕੁੱਖ ਹੋਵੇਗੀ ਤਾਂ ਹੀ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਕਰੇਗੀ। ਲੇਕਿਨ ਔਰਤ ਨੂੰ ਕਿਵੇਂ ਪਤਾ ਚੱਲੇ ਕਿ ਕਹਿੰਦੇ ਨੇ ਕਿ ਸਮ ਟਾਈਮ ਜਿਹੜੇ ਹੁੰਦੇ ਨੇ ਤੁਹਾਡੇ ਆਲੇ ਦੁਆਲੇ ਦਾ ਮਾਹੌਲ ਜਿਹੜਾ ਹੁੰਦਾ ਹੈਗਾ ਉਹ ਜਦੋਂ ਡਿਊਰਿੰਗ ਪ੍ਰੈਗਨੈਂਸੀ ਤੁਹਾਡੇ ਉੱਤੇ ਕਾਫੀ ਚੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ, ਤੇ ਇੱਕ ਕੁੱਖ ਜਿਹੜੀ ਹੈਗੀ ਹੈ, ਇੱਕ ਔਰਤ ਆ ਉਹ ਕਿਸ ਤਰੀਕੇ ਜਿਹੜੀ ਆਪਣੀ ਕੁੱਖ ਆ ਉਹਨੂੰ ਸੁਲੱਖਣੀ ਕਰੇ? ਔਰਤ ਨੂੰ ਆਪਣੀ ਚੁੱਪ ਤੋੜਨੀ ਪਏਗੀ। ਜਦੋਂ ਜ਼ੁਲਮ ਹੁੰਦਾ ਵੇਖਦੀ ਏ, ਆਪਣੇ ਉੱਤੇ ਵੀ ਜ਼ੁਲਮ ਹੋਏ ਤੇ ਉਹਨੂੰ ਆਵਾਜ਼ ਚੁੱਕਣੀ ਪਏਗੀ ਕਿ ਬਸ ਹੋਰ ਨਹੀਂ। ਇਸੇ ਤਰ੍ਹਾਂ ਹੀ ਜਿਸ ਦਿਨ ਉਹਦਾ ਪੁੱਤਰ ਕਿਸੇ ਹੋਰ ਦੀ ਧੀ ਵੱਲ ਕੈਰੀ ਨਜ਼ਰ ਪਾਏਗਾ, ਉਹਨੂੰ ਉਸ ਦਿਨ ਵੀ ਮਾਂ ਚੰਡੀ ਬਣਨਾ ਪਏਗਾ। ਸੋ ਜਦ ਤੱਕ ਇਹ ਚੁੱਪੀ ਤੋੜ ਕੇ ਸਹੀ ਮਾਇਨਿਆਂ ਵਿੱਚ ਮਾਂ ਬਣ ਕੇ ਨਹੀਂ ਆਉਂਦੀ, ਉਦੋਂ ਤੱਕ ਇਹ ਤਬਦੀਲੀ ਨਹੀਂ ਆ ਸਕਦੀ। ਮੈਮ ਆਖਰੀ ਸਵਾਲ, ਅਸੀਂ ਕਹਿੰਦੇ ਹਾਂ ਕਿ ਅੱਜ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਬਰਾਬਰੀ ਦਾ ਜਿਹੜਾ ਇੱਕ ਦਰਜ ਮਿਲ ਗਿਆ, ਸੱਚ ਹੈ? ਬਰਾਬਰੀ ਦਾ ਦਰਜਾ ਕਹਿਣ ਵਾਲੇ ਹਮੇਸ਼ਾ ਉਹੀ ਨੇ ਜਿਹੜੇ ਕਹਿੰਦੇ ਨੇ ਧੀ ਜ਼ਰੂਰ ਜੰਮਣੀ ਚਾਹੀਦੀ ਹੈ ਪਰ ਨਾਲ ਦੇ ਘਰ। ਸੋ ਬਰਾਬਰੀ ਦਾ ਦਰਜਾ ਕਹਿਣ ਨੂੰ ਭਾਵੇਂ ਤੁਸੀਂ ਦੇਖ ਲਓ ਅੱਜ ਜੇ ਔਰਤਾਂ ਦਿਸਦੀਆਂ ਨੇ ਤਾਂ ਬਿਲਕੁਲ ਟਿਪ ਆਫ ਦੀ ਆਈਸਬਰਗ ਜੇ, ਹੇਠਾਂ ਬਹੁਤ ਸਾਰੀਆਂ ਔਰਤਾਂ ਅਜੇ ਵੀ ਦੱਬੀਆਂ ਕੁਚਲੀਆਂ ਉਸੇ ਤਰ੍ਹਾਂ ਦੀ ਪਤਾ ਨਹੀਂ ਕਿਹੋ ਜੀ ਨਰਕ ਭਰੀ ਜ਼ਿੰਦਗੀ ਲੰਘਾ ਕੇ ਤੁਰ ਜਾਂਦੀਆਂ ਨੇ। ਪਰ ਜਿਵੇਂ ਮੈਂ ਦੱਸਿਆ ਸੀ ਕਿ ਪੋਜ਼ਿਟਿਵ ਸੋਚ ਨਾਲ ਆਪਾਂ ਤੁਰੀਏ ਕਿ ਹੌਲੀ ਹੌਲੀ ਤਬਦੀਲੀ ਤਾਂ ਜ਼ਰੂਰ ਆਏਗੀ। ਸੋ ਅਸੀਂ ਕੰਮ ਬੇਟੀਆਂ ਨੂੰ ਜਗਾਉਣ ਦਾ ਜਾਰੀ ਰੱਖੀਏ। ਇਸ ਕਿਸਾਨ ਮੋਰਚੇ ਨੇ ਦੱਸ ਦਿੱਤਾ ਵੀ ਧੀਆਂ ਕਿਸੇ ਤੋਂ ਘੱਟ ਨਹੀਂ, ਜੇ 90 ਵਰਿਆਂ ਦੀ ਮਾਂ ਵੀ ਨਿਤਰੀਏ ਤਾਂ ਜ਼ਰੂਰ ਤਬਦੀਲੀ ਆਏਗੀ। ਸੋ ਇਹ ਸਨ ਮੈਡਮ ਹਰਸ਼ਿੰਦਰ ਕੌਰ ਜੀ, ਜਿਨ੍ਹਾਂ ਨੇ ਬਾਖੂਬੀ ਜਿਹੜੇ ਨੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ, ਤੇ ਸਾਫ਼ ਤੌਰ 'ਤੇ ਇਹ ਗੱਲ ਕਹੀ ਹੈ ਕਿ ਜਦੋਂ ਵੀ ਇੱਕ ਔਰਤ ਆਪਣੀ ਔਲਾਦ ਨੂੰ ਜਨਮ ਦਿੰਦੀ ਹੈ, ਉਸ ਦੀ ਕੁੱਖ ਜਿਹੜੀ ਹੈ ਸੁਲੱਖਣੀ ਹੋਵੇ। ਇਸ ਲਈ ਉਸ ਨੂੰ ਆਪ ਪਹਿਲਾਂ ਤੋਂ ਹੀ ਜਾਗਰੂਕ ਹੋਣਾ ਪਵੇਗਾ, ਕਿਉਂਕਿ ਡਿਊਰਿੰਗ ਪ੍ਰੈਗਨੈਂਸੀ ਤੁਹਾਡੇ ਆਲੇ ਦੁਆਲੇ ਦਾ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ। ਉਸ ਸਮੇਂ ਔਰਤ ਨੂੰ ਆਪ ਫੈਸਲਾ ਲੈਣਾ ਪਵੇਗਾ ਕਿ ਉਹਨੇ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਆਪਣੇ ਬੱਚੇ ਨੂੰ ਜਨਮ ਦੇਣਾ ਹੈ। ਜੇਕਰ ਮਾਹੌਲ ਸੁਖਾਵਾਂ ਹੋਵੇਗਾ ਤਾਂ ਕੁੱਖ ਵੀ ਸੁਲੱਖਣੀ ਹੋਵੇਗੀ। ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਵਿਰਕ, ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ, ਚੰਡੀਗੜ੍ਹ।